ਗੌਤਮੀ ਨਾਮ ਦੀ ਇੱਕ ਭਗਤਣੀ ਹੋਈ ਹੈ ਬੌਧ ਜਗਤ ਦੇ ਚ। ਇਹਦਾ ਕਿਧਰੇ ਇਕਲੌਤਾ ਲੜਕਾ ਬੇਵਾ ਸੀ, ਇਕਲੌਤਾ ਲੜਕਾ ਚਲਾਣਾ ਕਰ ਗਿਆ 3-4 ਸਾਲ ਦਾ। ਅਜੇ ਬਿਕਸ਼ੁਣੀ ਨਹੀਂ ਹੋਈ ਸੀ। ਗੋਦ ਦੇ ਚੁੱਕ ਕੇ ਉਸੇ ਲਾਸ਼ ਨੂੰ ਰੋਂਦੀ ਫਿਰ ਰਹੀ ਸੀ ਔਰ ਉਸਦਾ ਰੋਣਾ ਪਿੰਡ ਵਾਲਿਆਂ ਕੋਲ ਦੇਖਿਆ ਨਹੀਂ ਜਾਂਦਾ ਸੀ। ਵਿਚਾਰੀ ਬੇਵਾ ਤੇ ਪਹਿਲੇ ਹੀ ਸੀ, ਸੰਤਾਨ ਤੋਂ ਵੀ ਹੀਣੀ ਹੋ ਗਈ, ਪਤੀ ਤੇ ਹੈ ਨਹੀਂ ਸੀ, ਬੱਚਾ ਸੀ, ਉਹਦੇ ਹਾਸਰੇ ਤੇ ਜੀ ਰਹੀ ਸੀ, ਉਹ ਵੀ ਨਹੀਂ ਰਿਹਾ। ਕਿਸੇ ਨੂੰ ਤਰਸ ਆਇਆ, ਉਹਨਾਂ ਨੇ ਕਹਿ ਦਿੱਤਾ ਸ਼ਹਿਰ ਦੇ ਵਿੱਚ ਮਹਾਤਮਾ ਬੁੱਧ ਆਏ ਨੇ, ਸ਼ਾਮ ਨੂੰ ਕਥਾ ਕਰਦੇ ਨੇ, ਸਵੇਰੇ ਕਥਾ ਕਰਦੇ ਨੇ। ਜਦ ਕਥਾ ਕਰਦੇ ਨੇ ਇਹ ਬੱਚਾ ਉਹਨਾਂ ਦੇ ਕਦਮਾਂ 'ਚ ਰੱਖ ਦੇ, ਜੇ ਰੋਣਾ ਹੀ ਤੇ ਉੱਥੇ ਹੀ ਰੋਈ। ਇਹ ਕੀ ਘਰ ਘਰ ਦੇ ਦਰਵਾਜ਼ੇ ਅੱਗੋਂ ਰੋ ਰਹੀ ਹੈ, ਗਲੀ ਗਲੀ ਦੇ 'ਚ ਰੋ ਰਹੀ ਹੈ। ਲਾਸ਼ ਨੂੰ ਚੁੱਕ ਕੇ ਪਾਗਲ ਨਹੀਂ ਲੱਗਦੀ ਸੀ, ਸਾਰਿਆਂ ਦੁੱਖ ਨੇ ਪਾਗਲ ਕਰ ਦਿੱਤਾ ਸੀ। ਮੈਂ ਸਵੇਰੇ ਵੀ ਅਰਜ਼ ਕੀਤੀ ਹੈ, ਕਿਸੇ ਨੂੰ ਦੁੱਖ ਪਾਗਲ ਕਰ ਦਿੰਦਾ, ਕਿਸੇ ਨੂੰ ਸੁੱਖ ਪਾਗਲ ਕਰ ਦਿੰਦਾ। ਕਿਸੇ ਨੂੰ ਸੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ ਹੈ, ਕਿਸੇ ਨੂੰ ਦੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ ਹੈ। ਸਮਝ ਤੋਂ ਮਨੁੱਖ ਥੱਲੇ ਚਲਾ ਜਾਂਦਾ ਹੈ। ਉਸ ਦੀ ਸਮਝ ਦੇ ਵਿੱਚ ਵੀ ਕੁਝ ਨਹੀਂ ਆ ਰਿਹਾ ਸੀ। ਦੁੱਖ ਦਾ ਇਤਨਾ ਹਨੇਰਾ, ਦੁੱਖ ਦਾ ਇਤਨਾ ਅੰਧਕਾਰ, ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ। ਜ਼ਾਰੋ ਜ਼ਾਰ ਰੋ ਰਹੀ ਸੀ, ਬਸ ਰੋਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਤੋ ਤਰਸ ਆਇਆ ਕਿਸੇ ਨੂੰ ਉਸ ਦੀ ਹਾਲਤ ਤੇ। ਜਾ ਤੂੰ ਪਿੰਡ ਦੇ ਚ ਆਏ ਹੋਏ ਨੇ, ਸਵੇਰੇ ਸ਼ਾਮ ਉਹ ਪ੍ਰਮਾਤਮਾ ਦੀ ਗੱਲ ਕਰਦੇ ਨੇ, ਤੂੰ ਰੋਣਾ ਹੀ ਹੈ, ਚੀਖਣਾ ਹੀ ਹੈ, ਉੱਥੇ ਚੀਖ। ਕਹਿੰਦੇ ਨੇ ਇਹ ਗੱਲ ਸੁਣ ਕੇ ਬੱਜੀ ਉਸ ਥਾਂ ਤੇ ਜਿੱਥੇ ਮਹਾਤਮਾ ਬੁੱਧ ਸਨ, ਬੱਚੇ ਨੂੰ ਅੱਗੇ ਰੱਖ ਕੇ ਰੋਂਦੀ ਹੋਈ ਤੇ ਗਈ। ਰੋਣਾ ਹੋਰ ਵੱਧ ਗਿਆ ਔਰ ਇੱਕੋ ਹੀ ਸੁਰ ਨਾਲ ਆਖੀ ਜਾਏ, ਤੁਸੀਂ ਮੇਰਾ ਸਹਾਰਾ ਹੋ, ਇਸ ਨੂੰ ਜਵਾਓ, ਮੈਂ ਇਸ ਤੋਂ ਬਿਨਾਂ ਨਹੀਂ ਜੀ ਸਕਦੀ, ਮੇਰਾ ਕੋਈ ਸਹਾਰਾ ਨਹੀਂ, ਮੇਰਾ ਕੋਈ ਆਸਰਾ ਨਹੀਂ। ਕਹਿੰਦੇ ਨੇ ਬਹੁਤ ਸੁਖਿਆਰੇ ਤੇ ਬਹੁਤ ਦੁਖਿਆਰੇ ਦੇ ਉੱਤੇ ਗਿਆਨ ਦਾ ਵੀ ਅਸਰ ਨਹੀਂ ਆਉਂਦਾ, ਕਤਈ ਨਹੀਂ ਆਉਂਦਾ। ਐਸੀ ਹਾਲਤ ਮਹਾਭਾਰਤ ਦੇ ਸਮੇਂ ਵੀ ਹੋਈ ਸੀ। ਚੱਕਰਵਿਊਹ ਦੇ 'ਚ ਫਸ ਕੇ ਜਦ ਧੋਖੇ ਨਾਲ ਅਭਿਮਨੂ ਨੂੰ ਮਾਰ ਦਿੱਤਾ ਗਿਆ, ਲਾਸ਼ ਚੁੱਕ ਕੇ ਅਰਜਨ ਕ੍ਰਿਸ਼ਨ ਦੇ ਕੋਲ ਲੈ ਗਿਆ, ਆਖਿਆ ਇਸ ਨੂੰ ਜਵਾਓ, ਇਸ ਤੋਂ ਬਿਨਾਂ ਮੈਂ ਨਹੀਂ ਜੀ ਸਕਦਾ। ਅਰਜਨ ਦਾ ਲੜਕਾ, ਮੈਂ ਨਹੀਂ ਜੀ ਸਕਦਾ, ਇਹ ਮੇਰਾ ਬੱਚਾ ਬਹੁਤ ਸਿਆਣਾ, ਇਹ ਮੇਰੀ ਜ਼ਿੰਦਗੀ ਦਾ ਸਹਾਰਾ ਸੀ, ਇਹ ਮੇਰਾ ਭਵਿੱਖ ਸੀ, ਮੇਰਾ ਤੇ ਸਭ ਕੁਝ ਅੰਧੇਰਾ ਹੋ ਗਿਆ, ਇਸ ਨੂੰ ਜਿਵਾਓ। ਕ੍ਰਿਸ਼ਨ ਨੇ ਸੋਚਿਆ ਇਤਨਾ ਦੁਖੀ ਗਿਆਨ ਤੋਂ ਪ੍ਰਭਾਵਿਤ ਨਹੀਂ ਹੋਣ ਲੱਗਾ। ਦੁਖੀ ਹਿਰਦਾ ਗਿਆਨ ਤੋਂ ਪ੍ਰਭਾਵਿਤ ਨਹੀਂ ਹੁੰਦਾ, ਸੁਖੀ ਹਿਰਦਾ ਗਿਆਨ ਤੋਂ ਪ੍ਰਭਾਵਿਤ ਨਹੀਂ ਹੁੰਦਾ। ਮੱਧ ਦੀ ਅਵਸਥਾ ਚਾਹੀਏ। ਜਿਵੇਂ ਸਿਤਾਰ ਦੀਆਂ ਤਾਰਾਂ ਨੂੰ ਬਹੁਤ ਕੱਸ ਦੇਈਏ, ਇਤਨੀ ਉੱਚੀਆਂ ਹੋ ਜਾਏਗੀ, ਸੁਰ ਗਾਣਾ ਔਖਾ ਹੋ ਜਾਏਗਾ। ਬਿਲਕੁਲ ਢਿੱਲੀਆਂ ਕਰ ਦਈਏ, ਨਗਮਾ ਨਿਕਲੇਗਾ ਨਹੀਂ, ਸੰਗੀਤ ਨਿਕਲੇਗਾ ਨਹੀਂ। ਤਾਰਾਂ ਬਹੁਤ ਕਸੀਆਂ ਹੋਈਆਂ ਨਾ ਹੋਣ, ਬਹੁਤ ਢਿੱਲੀਆਂ ਵੀ ਨਾ ਹੋਣ। ਜੀਵਨ ਦੀਆਂ ਤਾਰਾਂ ਕਿਸੇ ਦੀਆਂ ਤੇ ਬਹੁਤ ਕਸੀਆਂ ਹੋਈਆਂ ਨੇ, ਬਹੁਤ ਕਸੀਆਂ ਹੋਈਆਂ। ਇਤਨੇ ਸੁਖਿਆਰੇ ਤੇ ਸੁਖ ਨੇ ਇਤਨਾ ਬੇਹੋਸ਼ ਕੀਤਾ ਹੈ। ਹੁਣ ਪ੍ਰਭੂ ਦਾ ਸੰਗੀਤ ਨਿਕਲ ਸਕੇ, ਔਖੀ ਖੇਡ ਹੋ ਗਈ। ਤੇ ਕਿਸੇ ਦੀਆਂ ਤਾਰਾਂ ਬਿਲਕੁਲ ਢਿੱਲੀਆਂ ਨੇ, ਬਿਲਕੁਲ ਢਿੱਲੀਆਂ। ਜੀਵਨ ਦਾ ਕੋਈ ਸਾਜ਼ੋ ਸਮਾਨ ਨਹੀਂ। ਦੁੱਖ ਨਗਮਾ ਹੀਣ ਕਰ ਦਿੱਤਾ ਕਿਸੇ ਨੂੰ ਦੁੱਖ ਨੇ,
ਸੰਗੀਤਹੀਣ ਕਰ ਦਿੱਤਾ ਹੈ, ਕਿਸੇ ਨੂੰ ਸੁੱਖ ਨਹੀਂ। ਜੀਵਨ ਦੀ ਰਵਾਬ ਨਹੀਂ ਵੱਜਦੀ ਕਿਸੇ ਦੀ ਸੁੱਖ ਕਰਕੇ, ਕਿਸੇ ਦੀ ਦੁੱਖ ਕਰਕੇ। ਕਿਸੇ ਦੀਆਂ ਤਾਰਾਂ ਬਹੁਤ ਕਸੀਆਂ, ਕਿਸੇ ਦੀਆਂ ਬਹੁਤ ਢਿੱਲੀਆਂ। ਕ੍ਰਿਸ਼ਨ ਨੇ ਦੇਖਿਆ ਇਹ ਗਿਆਨ ਦੀ ਗੱਲ ਤੇ ਸਮਝਣ ਵਾਲਾ ਨਹੀਂ, ਭਾਵ ਸੁਣੇਗਾ ਨਹੀਂ। ਜੋ ਮੈਂ ਕਵਾਂਗਾ ਇਹ ਸੁਣਨ ਲਈ ਰਾਜ਼ੀ ਨਹੀਂ ਹੁੰਦਾ, ਨਹੀਂ ਹੋਵੇਗਾ। ਔਰ ਇਹ ਵੀ ਮੈਂ ਅਰਜ਼ ਕਰਾਂ, ਜੋ ਦੁੱਖ ਲੈ ਕੇ ਇੱਥੇ ਆ ਗਿਆ ਆਪਣਾ, ਕਮ ਸੇ ਕਮ ਹੋਰ ਤੇ ਸਾਰਿਆਂ ਨੂੰ ਸੁਣ ਲਏਗਾ, ਗੁਰੂ ਨੂੰ ਨਹੀਂ ਸੁਣ ਸਕਦਾ। ਤੇ ਜੋ ਸੁੱਖਾਂ ਦੀ ਭਾਵਨਾ ਲੈ ਕੇ ਆ ਗਿਆ ਜਾਂ ਸੁੱਖ ਹੀ ਲੈ ਕੇ ਆ ਗਿਆ, ਮੁਸ਼ਕਿਲ ਹੈ ਗੁਰੂ ਨੂੰ ਸੁਣ ਸਕੇ, ਨਹੀਂ ਸੁਣ ਸਕੇਗਾ। ਮੱਧ ਦੀ ਅਵਸਥਾ ਚਾਹੀਦੀ ਹੈ, ਦਰਮਿਆਨੀ ਅਵਸਥਾ ਚਾਹੀਦੀ ਹੈ। ਕ੍ਰਿਸ਼ਨ ਦੇ ਹੱਥ ਦੇ ਇੱਕ ਸੋਨੇ ਦਾ ਕਰਮੰਡਲ ਸੀ ਦਿੱਤਾ, ਅਰਜਨ ਨੂੰ ਆਖਿਆ ਸਾਹਮਣੇ ਸਰੋਵਰ ਤੋਂ ਭਰ ਲਿਆ। ਦੇਖਦੇ ਹਾਂ, ਨਾ ਉਮੀਦੀ ਦੇ ਵਿੱਚ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ, ਅੰਧੇਰੇ ਦੇ ਵਿੱਚ ਥੋੜੀ ਰੋਸ਼ਨੀ ਦਿਖਾਈ ਦਿੱਤੀ। ਇਹ ਪਾਣੀ ਮੰਗਾਇਆ, ਸ਼ਾਇਦ ਕੋਈ ਮੰਤਰ ਪੜਨਗੇ, ਸ਼ਾਇਦ ਅਬਮਨੂ ਨੂੰ ਜ਼ਿੰਦਾ ਕਰ ਦੇਣਗੇ। ਭਜਿਆ ਹੋਇਆ ਗਿਆ, ਸਰੋਵਰ ਦੇ ਚੋਂ ਕਰਮੰਡਲ ਭਰ ਕੇ ਲਿਆਇਆ, ਕ੍ਰਿਸ਼ਨ ਦੇ ਅੱਗੋਂ ਰੱਖਿਆ, ਆਖਿਆ ਭਗਵਨ ਜਿਵਾਓ ਮੇਰੇ ਬੱਚੇ ਨੂੰ। ਕ੍ਰਿਸ਼ਨ ਕਹਿੰਦੇ ਨੇ ਇੰਜ ਕਰ, ਇਸ ਪਾਣੀ ਨੂੰ ਉੱਥੇ ਹੀ ਡੋਲ ਕੇ ਆ ਜਿੱਥੋਂ ਲੈ ਕੇ ਆਇਆ। ਹੈਰਾਨ ਹੋਇਆ, ਹੁਣੇ ਆਖਿਆ ਨੇ ਭਰ ਕੇ ਲਿਆਓ, ਹੁਣ ਕਹਿੰਦੇ ਨੇ ਉੱਥੇ ਹੀ ਡੋਲ ਕੇ ਆਓ ਜਿੱਥੋਂ ਭਰ ਕੇ ਲਿਆਂਦਾ ਹੈ। ਪਰ ਇਤਨਾ ਦੁਖਿਆਰਾ ਬੰਦਾ, ਔਰ ਉਸ ਦੁੱਖ ਦੇ ਜੋ ਮਾੜੀ ਜਿਹਾ ਉਸ ਨੂੰ ਕਿਰਨ ਦਿਖਾਈ ਦਿੱਤੀ ਹੈ, ਉਸ ਕਰਕੇ ਉਸ ਦੇ ਅੰਦਰ ਫੁਰਤੀ ਸੀ, ਇੱਕਦਮ ਕਰਮੰਡਲ ਚੁੱਕਿਆ, ਭੱਜ ਪਿਆ, ਡੋਲ ਆਇਆ, ਪਾਣੀ ਡੋਲ ਆਇਆ, ਅੱਗੋਂ ਰੱਖਿਆ ਕਰਮੰਡਲ, ਆਖਿਆ ਭਗਵਾਨ ਹੁਣ ਅਬਮਨੂ ਨੂੰ ਜ਼ਿੰਦਾ ਕਰੋ। ਕਰਦੇ ਆ, ਪਰ ਇੰਜ ਕਰ, ਜਿਹੜਾ ਪਾਣੀ ਤੂੰ ਡੋਲ ਕੇ ਆਇਆ ਨਾ, ਉਹੀ ਕੱਢ ਲਿਆ, ਉਹੀ ਕੱਢ ਲਿਆ। ਜਿਹੜਾ ਪਾਣੀ ਤੂੰ ਡੋਲ ਕੇ ਆਇਆ ਨਾ ਸਰੋਵਰ ਦੇ ਵਿੱਚ, ਉਹੀ ਕੱਢ ਕੇ ਆ, ਦੂਸਰਾ ਨਹੀਂ ਚਾਹੀਦਾ ਮੈਨੂੰ। ਅਰਜਨ ਕਹਿਣ ਲੱਗਾ ਮੇਰੇ ਨਾਲ ਮਜ਼ਾਕ, ਐਸੇ ਸਮੇਂ ਉਹ ਪਾਣੀ ਮੈਂ ਕਿਸ ਤਰ੍ਹਾਂ ਕੱਢ ਕੇ ਲਿਆ ਸਕਦਾ। ਉਹ ਤੇ ਸਰੋਵਰ ਦੇ ਚ ਲੀਨ ਹੋ ਗਿਆ। ਕ੍ਰਿਸ਼ਨ ਕਹਿੰਦੇ ਨੇ ਮੈਂ ਤੇਰੇ ਨਾਲ ਮਜ਼ਾਕ ਨਹੀਂ ਕਰ ਰਿਹਾ, ਤੂੰ ਕਰ ਰਿਹਾ। ਛੋਟੇ ਜਿਹਾ ਸਰੋਵਰ ਦੇ ਚ ਕਰਮੰਡਲ ਦਾ ਪਾਣੀ ਤੂੰ ਡੋਲ ਕੇ ਆਇਆ, ਉਹੀ ਪਾਣੀ ਤੂੰ ਕੱਢ ਕੇ ਨਹੀਂ ਲਿਆ ਸਕਦਾ। ਪਰਮਾਤਮਾ ਇੱਕ ਵਿਸ਼ਾਲ ਸਾਗਰ, ਅਭਮਨੂ ਦੀ ਆਤਮਾ ਇੱਕ ਨਿੱਕੀ ਜਿਹੀ ਬੂੰਦ, ਉਹ ਨਿੱਕੀ ਜਿਹੀ ਬੂੰਦ ਜਿਹੜੀ ਉਸ ਵਿਸ਼ਾਲ ਸਾਗਰ ਦੇ ਲੀਨ ਹੋ ਗਈ ਹੈ, ਮੈਂ ਕਿੱਥੋਂ ਕੱਢ ਕੇ ਲਿਆਵਾਂ, ਕਿਸ ਤਰ੍ਹਾਂ ਕੱਢ ਕੇ ਲਿਆਵਾਂ। ਚਰਨਾਂ ਤੇ ਝੁਕ ਗਿਆ, ਕਹਿੰਦਾ ਭਗਵਾਨ ਸਮਝ ਪੈ ਗਈ, ਸਮਝ ਪੈ ਗਈ। ਕ੍ਰਿਸ਼ਨ ਕਹਿੰਦੇ ਸਮਝ ਨਹੀਂ ਪਈ, ਦੁੱਖ ਦਾ ਪਰਦਾ ਹਟ ਗਿਆ, ਦੁੱਖ ਦਾ ਪਰਦਾ ਹਟ ਗਿਆ। ਮੈਂ ਫਿਰ ਅਰਜ਼ ਕਰਾਂ, ਕ੍ਰਿਸ਼ਨ ਕਹਿੰਦਾ ਮੈਂ, ਅਰਜਨ ਕਹਿੰਦੇ ਮੈਨੂੰ ਸਮਝ ਪੈ ਗਈ, ਪਤਾ ਚੱਲ ਗਿਆ, ਸਮਝ ਪੈ ਗਏ। ਨਹੀਂ, ਤੈਨੂੰ ਬੋਧ ਪ੍ਰਾਪਤ ਨਹੀਂ ਹੋਇਆ, ਪਰਦਾ ਹਟ ਗਿਆ। ਕਿਹੜਾ? ਦੁੱਖ ਦਾ। ਉਹਦੇ ਹਟਦਿਆਂ ਹੀ ਤੈਨੂੰ ਕੁਝ ਦਿਖਾਈ ਦਿੱਤੀ ਹੈ ਅਸਲੀਅਤ। ਦੁੱਖ ਇੱਕ ਐਸਾ ਪਰਦਾ ਹੈ, ਕੁਝ ਵੀ ਨਹੀਂ ਦਿਖਾਈ ਦਿੰਦਾ, ਅੱਖਾਂ ਨੂੰ ਅੰਧਾ ਕਰ ਦਿੰਦਾ ਹੈ। ਔਰ ਸੁੱਖ ਵੀ ਇੱਕ ਐਸਾ ਪਰਦਾ ਹੈ, ਅੰਧਾ ਕਰ ਦਿੰਦਾ ਹੈ, ਕੁਝ ਵੀ ਨਹੀਂ ਦਿਖਾਈ ਦਿੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੁੱਖ ਕਰਕੇ ਕੋਈ ਅੰਧਾ ਹੋਵੇ ਜਗਤ ਦੇ ਵਿੱਚ ਬਹੁਤ ਥੋੜੇ ਨੇ, ਸੁੱਖ ਕਰਕੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਪਿਆ। ਮੰਦਰ, ਮਸਜਿਦ, ਗੁਰਦੁਆਰੇ, ਚਰਚ ਅਗਰ ਉਜੜੇ ਨੇ ਬਹੁਤੇ, ਤਾਂ ਦੁਨੀਆ ਦੇ ਵਿੱਚ ਪਹਿਲੇ ਨਾਲੋਂ ਬੈਰੂਨੀ ਸੁੱਖ ਵਧਿਆ, ਇਸ ਕਰਕੇ ਉਜੜੇ ਨੇ।
ये भी मैं अर्ज करा, जे स्रोत घट गई है परमात्मा दी तो सुख करके घटी है। मुख्तसर मैं अर्ज करा, वो गौतमी वो यही रोना जो अर्जन ने कृष्ण दे अगों रखिया सी, गौतमी ने बुद्ध दे अगों रखिया। यही मेरा बच्चा जिंदगी दा सहारा है, मेरे जीवन दा सहारा है, मैं इस तो बिना नहीं जी सकती। रोई जाए रोई जाए रोई जाए। महात्मा बुद्ध कहते ने गौतमी, एक काम जे तू कर सके तेरे बच्चे नूं जिवा देंदे आ, जिवा देंदे आ। एक काम कर, एक मुठ चावलों की उस घरों मंग के लिया जिस घर विच कदी कोई अर्थी ना उठी होवे, मंग के लिया, मैं तेरे बच्चे नूं जिवा देंगा। दुखां दी मारी उहनूं समझ ते आई ना, भज पई, कहंदी हुणे लियाई, हुणे लियाई। पहले बूए ते दस्तक दिती, रोंदी होई नूं देख के घर वालियां नूं पहले ही तरस सी। बुद्ध ने यह आख्या, एक चावल दी मुठ उस घरों मंग के लिया जिथों कोई अर्थी ना उठी हो। घर वाला कहन लगा, इथों ते मेरे प्यो दी अर्थी उठी सी, मैं अपने कंधियां ते लै गया सी, मेरी मां दी अर्थी उठी सी, और मैनू होश है मेरी दादी दी अर्थी उठी सी। इस तरह पता नहीं कितने दी अर्थी उठी होवेगी। चावल ले जाने ने ते भावें मणा दे हिसाब नाल लै जा, साडे कोल बहुत ने, पर यह जिहड़ी शर्त है अर्थी ना उठी होवे, अर्थी ते उठियां ने। दूजे घर च गई, थोड़े घर तो कोई अर्थी ना उठी होवे, मैनू एक मुठ चावलों दी दिओ। दूजे घर वाले भी कहते हैं, जितने ले जाने ले जा, कोई चावलों की कमी नहीं, अर्थियां ते उठियां ने। तीसरे च गई, चौथे च गई, इतिहास कहता है पंजवें च गई ते दुख दा पड़दा हट गया। कहता है हर घर चो अर्थी उठी है। ये हर घर घर नहीं है, ये सब मुसाफिर खाने ने, 4 दिन लई लोकी बैठे ने, ये कोई घर थोड़ी है। जिसनों असीं घर कहते हैं, घर नहीं है, मुसाफिर खाना है। गौतमी आई बदल के महात्मा बुद्ध दे कोल। महात्मा बुद्ध कहते ले आई चावल, हाँ ले आई हां। किथे इस बच्चे की जिंदगी नहीं चाहिए, मैं भिक्षु हो गई, आज तो मैं भिक्षु हो गई, मैनू समझ आ गई, मैनू पता चल गया।